ਵੈਲਕਮ ਟੂ 266 ਪਾਰਟਨਰਸ। ਅੱਜ ਅਸੀਂ ਡਿਸਕਸ ਕਰਾਂਗੇ ਜੋ ਮੈਨੇਜਮੈਂਟ ਦੇ ਬਾਕੀ ਬੇਸਿਕਸ ਰਹਿ ਗਏ ਸੀ। ਸੋ ਪਹਿਲੇ ਲੈਕਚਰ ਵਿੱਚ ਅਸੀਂ ਡਿਸਕਸ ਕੀਤਾ ਸੀ ਮੈਨੇਜਮੈਂਟ, ਇਹਦੇ ਫੀਚਰਸ, ਇਹਦੇ ਆਬਜੈਕਟਿਵਸ, ਇਹਦੇ ਫੰਕਸ਼ਨਸ। ਸੋ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਇਹਦੇ ਪ੍ਰਿੰਸੀਪਲਸ। ਸੋ ਫਾਦਰ ਆਫ ਮੈਨੇਜਮੈਂਟ ਕਿਹਨੂੰ ਕਿਹਾ ਜਾਂਦਾ ਹੈ? ਹੈਨਰੀ ਫਿਓਲ ਨੂੰ। ਹੈਨਰੀ ਫਿਓਲ ਨੇ 14 ਪ੍ਰਿੰਸੀਪਲਸ ਮੈਨੇਜਮੈਂਟ ਦਿੱਤੇ ਸੀ ਜੋ ਕਿ ਅਪਲਾਈ ਹੁੰਦੇ ਨੇ ਕਿਸੇ ਵੀ ਆਰਗੇਨਾਈਜੇਸ਼ਨ ਵਿੱਚ। ਤੁਸੀਂ ਕਹਿ ਸਕਦੇ ਹੋ ਇਹ ਇੱਕ ਤਰ੍ਹਾਂ ਦੇ ਰੂਲਸ ਰੈਗੂਲੇਸ਼ਨਸ ਨੇ ਜੋ ਕਿਸੇ ਵੀ ਆਰਗੇਨਾਈਜੇਸ਼ਨ ਵਿੱਚ ਅਪਲਾਈ ਹੁੰਦੇ ਇੱਕ ਮੈਨੇਜਮੈਂਟ ਦੇ ਥਰੂ। ਸੋ ਫਸਟ ਸਾਡਾ ਪ੍ਰਿੰਸੀਪਲ ਹੈ ਡਿਵੀਜ਼ਨ ਆਫ ਵਰਕ। ਡਿਵੀਜ਼ਨ ਆਫ ਵਰਕ ਮੀਨਸ ਹਰ ਇੱਕ ਪਰਸਨ ਨੂੰ ਉਹਦੀ ਸਕਿੱਲ ਦੇ ਅਕੋਰਡਿੰਗ, ਉਹਦੇ ਪ੍ਰੋਫੈਸ਼ਨ ਦੇ ਅਕੋਰਡਿੰਗ, ਉਹਦੀ ਨੀਡ ਦੇ ਅਕੋਰਡਿੰਗ ਹੀ ਕੰਮ ਮਿਲੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ। ਇਹਦੇ ਨਾਲ ਕੀ ਹੋਏਗਾ? ਕਿਸੇ ਵੀ ਆਰਗੇਨਾਈਜੇਸ਼ਨ ਦੀ ਪ੍ਰੋਡਕਸ਼ਨ ਇਨਕਰੀਜ਼ ਹੋਵੇਗੀ। ਉਹ ਇੱਕ ਪਰਸਨ ਸਪੈਸ਼ਲਿਸਟ ਹੋਏਗਾ, ਉਹਦਾ ਸਪੈਸ਼ਲਾਈਜੇਸ਼ਨ ਵਧੇਗੀ, ਉਸ ਵਿੱਚ ਐਫੀਸ਼ੀਐਂਸੀ ਆਫ ਲੇਬਰ ਦੀ ਐਫੀਸ਼ੀਐਂਸੀ ਵੀ ਇਨਕਰੀਜ਼ ਹੋਏਗੀ, ਮਿਨੀਮਮ ਕੋਸਟ ਲੱਗੇਗੀ। ਇਹਦੇ ਨਾਲ ਕੀ ਹੋਏਗਾ? ਵਰਕਰ ਦੀ ਸਪੀਡ ਵਧੇਗੀ, ਉਹਦੀ ਐਕੂਰੇਸੀ ਹੋਏਗੀ ਕਿਸੇ ਵੀ ਪਰਫਾਰਮੈਂਸ ਵਿੱਚ। ਠੀਕ ਹੈ ਨਾ। ਨੈਕਸਟ ਹੈ ਅਥੋਰਿਟੀ ਐਂਡ ਰਿਸਪੌਂਸਿਬਿਲਿਟੀ। ਅਥੋਰਿਟੀ ਦਾ ਮੀਨਿੰਗ ਹੈ ਕਿਸੇ ਵੀ ਸੁਪੀਰੀਅਰ ਕੋ ਇੱਕ ਪਾਵਰ ਹੈ ਆਰਡਰ ਦੇਣ ਨੂੰ ਆਪਣੇ ਸਬੋਰਡੀਨੇਟ ਨੂੰ। ਸੋ ਸਬੋਰਡੀਨੇਟ ਔਰ ਸੁਪੀਰੀਅਰ ਕਿਹਨੂੰ ਕਿਹਾ ਜਾਂਦਾ? ਸੁਪੀਰੀਅਰ ਇੱਕ ਵੱਡੇ ਰੈਂਕ ਦਾ ਹੋਏਗਾ, ਉਸ ਤੋਂ ਛੋਟੇ ਵਾਲੇ ਰੈਂਕ ਨੂੰ ਕੀ ਕਹਾਂਗੇ ਆਪਾਂ? ਸਬੋਰਡੀਨੇਟ। ਸੋ ਸੁਪੀਰੀਅਰ ਕੋਲ ਪਾਵਰ ਹੈ ਆਪਣੇ ਸਬੋਰਡੀਨੇਟ ਨੂੰ ਦੇਣ ਲਈ, ਉਹਨੂੰ ਕੀ ਕਹਿੰਦੇ ਆ? ਅਥੋਰਿਟੀ ਕਹਿੰਦੇ ਆ। ਔਰ ਅਥੋਰਿਟੀ ਉਸ ਕੋਲ ਪਾਵਰ ਹੈ ਉਹਨੂੰ ਦੇਣ ਲਈ, ਔਰ ਸਬੋਰਡੀਨੇਟ ਕੋਲ ਕੀ ਹੈ? ਰਿਸਪੌਂਸਿਬਿਲਿਟੀ ਉਹਦੀ ਬਣ ਜਾਂਦੀ ਹੈ ਉਹ ਕੰਮ ਨੂੰ ਪੂਰਾ ਕਰਨ ਦੇ ਲਈ। ਸੋ ਇੱਥੇ ਕਿਹੜਾ ਪ੍ਰਿੰਸੀਪਲ ਅਪਲਾਈ ਹੁੰਦਾ? ਅਥੋਰਿਟੀ ਐਂਡ ਰਿਸਪੌਂਸਿਬਿਲਿਟੀ। ਜੋ ਅਥੋਰਿਟੀ ਐਂਡ ਰਿਸਪੌਂਸਿਬਿਲਿਟੀ ਹੈ ਗੋ ਟੂਗੈਦਰ, ਇਕੱਠੇ ਜਾਂਦੇ, ਇਕੱਠੇ ਇਹਨਾਂ ਦਾ ਰੋਲ ਹੁੰਦਾ ਹੈ। ਇਹਨੂੰ ਕਹਿ ਸਕਦੇ ਹਾਂ ਇੱਕ ਵੀ ਸਿੱਕੇ ਦੇ ਦੋ ਪਹਿਲੂ ਨੇ। ਥਰਡ ਸਾਡਾ ਡਿਸਿਪਲਿਨ। ਜਿੱਦਾਂ ਇੱਕ ਘਰ ਦੇ ਵਿੱਚ, ਇੱਕ ਸਕੂਲ ਦੇ ਵਿੱਚ, ਗੇਮਸ ਦੇ ਵਿੱਚ ਡਿਸਿਪਲਿਨ ਦੀ ਲੋੜ ਹੁੰਦੀ ਹੈ, ਸੇਮ ਮੈਨੇਜਮੈਂਟ ਦੇ ਵਿੱਚ ਹੀ ਹੁੰਦੀ ਹੈ ਕਿ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨ ਦੇ ਓਬੇ ਹੋਏ, ਪ੍ਰੋਪਰ ਰੂਲ ਕੰਡਕਟ ਹੋਵੇ, ਰਿਸਪੈਕਟ ਆਫ ਅਥੋਰਿਟੀ, ਸਮੂਥ ਫੰਕਸ਼ਨਿੰਗ ਹੈ, ਹੈਲਪ ਕਰਦਾ ਸਮੂਥ ਫੰਕਸ਼ਨਿੰਗ ਆਫ ਆਲ ਆਰਗੇਨਾਈਜੇਸ਼ਨ। ਯੂਨਿਟੀ ਆਫ ਕਮਾਂਡ। ਯੂਨਿਟੀ ਆਫ ਕਮਾਂਡ ਮੀਨ ਹੈ ਹਰ ਇੱਕ ਸਬੋਰਡੀਨੇਟ ਜਿੱਥੋਂ ਆਰਡਰ ਰਿਸੀਵ ਕਰਦਾ ਪਿਆ ਉਹਦਾ ਇੱਕ ਹੀ ਸੁਪੀਰੀਅਰ ਹੋਵੇ, ਇੱਕ ਵੱਖਰੇ ਬੋਸ ਨਾ ਹੋਣ, ਇੱਕੋ ਬੋਸ ਹੋਵੇ। ਉਹਦੇ ਨਾਲ ਕੀ ਹੋਏਗਾ? ਕਨਫਿਊਜ਼ਨ ਨਹੀਂ ਹੋਵੇਗੀ ਅਤੇ ਕਨਫਲਿਕਟਸ ਵੀ ਘੱਟ ਹੋਣਗੇ। ਸੋ ਇਹ ਕੰਮ ਕਰਨਾ ਈਜ਼ੀ ਹੋ ਜਾਏਗਾ ਕਿਉਂਕਿ ਰਿਸਪੌਂਸਿਬਿਲਿਟੀ ਇੱਕ ਹੀ ਪਰਸਨ ਦੀ ਹੋਏਗੀ ਉਹਦੇ ਮਿਸਟੇਕਸ ਦੇ ਲਈ। ਨੈਕਸਟ ਹੈ ਯੂਨਿਟੀ ਆਫ ਡਾਇਰੈਕਸ਼ਨ। ਯੂਨਿਟੀ ਆਫ ਡਾਇਰੈਕਸ਼ਨ ਮੀਨਸ ਇੱਕ ਗਰੁੱਪ ਦੇ ਵਿੱਚ ਕੰਮ ਕਰਨ ਲਈ, ਇੱਕ ਲਾਈਨ ਦੇ ਵਿੱਚ ਕੰਮ ਕਰਨ ਲਈ ਸਾਰੇ ਜੋ ਇੰਪਲੋਈਜ਼ ਹੈ ਉਹਨਾਂ ਦਾ ਜੋ ਗੋਲ ਹੈ, ਉਹਨਾਂ ਦਾ ਓਬਜੈਕਟਿਵ ਵੀ ਸੇਮ ਹੋਣਾ ਚਾਹੀਦਾ। ਦੇ ਸ਼ੁੱਡ ਬੀ ਵਨ ਪਲਾਨ ਆਫ ਦਾ ਐਕਸ਼ਨ ਫੋਰ ਦੈਮ। ਅਤੇ ਉਹਨਾਂ ਲਈ ਇੱਕ ਹੀ ਪਲਾਨ ਹੋਣਾ ਚਾਹੀਦਾ, ਉਹਦਾ ਇੱਕ ਹੀ ਓਬਜੈਕਟਿਵ ਹੋਣਾ ਚਾਹੀਦਾ, ਉਹਦੇ ਵਾਸਤੇ ਉਹਨਾਂ ਦਾ ਇੱਕ ਹੀ ਪਲੈਨਿੰਗ ਹੋਣੀ ਚਾਹੀਦੀ ਹੈ ਅਤੇ ਉਹ ਕਿਸੇ ਇੱਕ ਹੀ ਮੈਨੇਜਰ ਦੇ ਅੰਡਰ ਹੋਣੇ ਚਾਹੀਦੇ ਆ। ਇਹਨਾਂ ਦਾ ਡਿਫਰੈਂਸ਼ੀਏਟ ਅਸੀਂ ਕਰਾਂਗੇ। ਮੀਨਿੰਗ ਕੀ ਹੈ? ਇਟ ਇੰਪਲਾਈਜ਼ ਦੈਟ ਸਬੋਰਡੀਨੇਟ ਸ਼ੁੱਡ ਰਿਸੀਵ ਆਰਡਰਸ ਐਂਡ ਇੰਸਟਰਕਸ਼ਨਸ ਫਰੋਮ ਓਨਲੀ ਵਨ ਬੋਸ। ਇਹਦੇ ਵਿੱਚ ਇੱਕ ਹੀ ਬੋਸ ਹੋਣਾ ਚਾਹੀਦਾ ਹੈ। ਇਹਦੇ ਵਿੱਚ ਇੱਕ ਹੀ ਹੈੱਡ ਹੋਵੇ, ਇੱਕ ਹੀ ਪਲਾਨ ਹੋਵੇ ਸਾਰਿਆਂ ਦਾ, ਅਤੇ ਇੱਕ ਹੀ ਓਬਜੈਕਟਿਵ ਨੂੰ ਅਚੀਵ ਕਰਨਾ ਹੋਏ। ਇਹ ਰਿਲੇਟਡ ਟੂ ਦਾ ਫੰਕਸ਼ਨਿੰਗ ਉਹਦਾ ਪਰਸੋਨਲਸ। ਇੱਕ ਪਰਸੋਨਲ ਦੇ ਵੱਖਰੇ ਇੰਪਲੋਈਜ਼ ਦੀ ਫੰਕਸ਼ਨਿੰਗ ਵਾਸਤੇ ਹੈ, ਇਹ ਕੀ ਹੈ? ਡਿਪਾਰਟਮੈਂਟਸ ਦੀ ਫੰਕਸ਼ਨਿੰਗ ਵਾਸਤੇ ਹੈ ਜੋ ਕਿ ਹੈਲਪ ਕਰੇਗਾ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ। ਇਹਦੇ ਵਿੱਚ ਕੀ ਹੈ? ਰਿਸਪੌਂਸਿਬਿਲਿਟੀ ਫਿਕਸ ਹੋ ਜਾਏਗੀ ਹਰ ਇੱਕ ਸਬੋਰਡੀਨੇਟ ਦੀ। ਇਹਦੇ ਵਿੱਚ ਇਹ ਇੱਕ ਸਾਊਂਡ ਆਰਗੇਨਾਈਜੇਸ਼ਨ, ਇੱਕ ਵਧੀਆ ਆਰਗੇਨਾਈਜੇਸ਼ਨ ਲਈ ਬਹੁਤ ਜ਼ਰੂਰੀ ਹੈ। ਯੂਨਿਟੀ ਆਫ ਕਮਾਂਡ ਵਿੱਚ ਇਟ ਅਵੋਇਡਸ ਕਨਫਲਿਕਟਸ, ਕਨਫਿਊਜ਼ਨ ਨਹੀਂ ਹੋਏਗੀ। ਇੱਕ ਤੋਂ ਜ਼ਿਆਦਾ ਬੋਸ ਹੋਣਗੇ ਅਤੇ ਓਬਵੀਅਸ ਕਨਫਿਊਜ਼ਨ ਹੋ। ਯੂਨਿਟੀ ਆਫ ਡਾਇਰੈਕਸ਼ਨ ਦੇ ਵਿੱਚ ਕੀ ਹੈ? ਇਟ ਅਵੋਇਡਸ ਡੁਪਲੀਕੇਸ਼ਨ ਆਫ ਐਫਰਟਸ ਐਂਡ ਵੇਸਟੇਜ ਆਫ ਰਿਸੋਰਸਿਸ। ਜਦੋਂ ਇੱਕ ਗਰੁੱਪ ਦੇ ਵਿੱਚ ਕੰਮ ਕਰ ਰਹੇ ਸਾਰੇ ਪਰਸਨਸ ਦਾ ਇੱਕ ਆਪਣੀ ਆਰਗੇਨਾਈਜੇਸ਼ਨ ਦੇ ਲਈ ਵੱਖਰੇ ਪਲਾਨ ਹੋਣਗੇ, ਵੱਖਰੇ ਗੋਲ ਹੋਣਗੇ, ਔਰ ਗਰੁੱਪ ਉਹਨਾਂ ਦਾ ਸੇਮ ਹੋਏਗਾ। ਸੋ ਉੱਥੇ ਕਿ ਜ਼ਿਆਦਾ ਤੋਂ ਜ਼ਿਆਦਾ ਵੇਸਟੇਜ ਹੋਵੇਗੀ ਰਿਸੋਰਸਿਸ ਦੀ। ਸੋ ਇਹਦੇ ਵਿੱਚ ਕੀ ਅਪਲਾਈ ਹੁੰਦਾ? ਯੂਨਿਟੀ ਆਫ ਡਾਇਰੈਕਸ਼ਨ। ਨੈਕਸਟ ਹੈ ਸਬੋਰਡੀਨੇਸ਼ਨ ਆਫ ਇੰਡੀਵਿਜੂਅਲਸ ਇੰਟਰਸਟ। ਇਹਦੇ ਵਿੱਚ ਇਹ ਹੈ ਕਿ ਹਰ ਇੰਪਲੋਈ ਨੂੰ ਆਪਣਾ ਪਰਸਨਲ ਇੰਟਰਸਟ ਸਾਈਡ 'ਤੇ ਰੱਖ ਕੇ ਕੰਪਨੀ ਦੇ ਵੈਲਫੇਅਰ ਬਾਰੇ ਸੋਚਣਾ ਹੈ, ਔਰ ਕੰਪਨੀ ਦਾ ਆਬਜੈਕਟਿਵ ਹੀ ਫਸਟ ਆਉਂਦਾ ਹੈ। ਇਹ ਨਾਲ ਹੀ ਉਹ ਕੰਪਨੀ ਦੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਗੋਲ ਨੂੰ ਵਧੀਆ ਤਰੀਕੇ ਨਾਲ ਅਚੀਵ ਕਰ ਪਾਏਗਾ। ਰੈਮੂਨਰੇਸ਼ਨ ਮੀਨਸ ਵਰਕਰ ਜੋ ਇੱਥੇ ਕੰਮ ਕਰ ਰਹੇ ਆ ਉਹਨਾਂ ਨੂੰ ਸਫੀਸ਼ੈਂਟ ਪੇ ਸਕੇਲ ਹੋਵੇ, ਉਹਨਾਂ ਦੀ ਸੈਲਰੀ ਅੱਛੀ ਹੋਵੇ, ਟਾਈਮ ਟੂ ਟਾਈਮ ਰੈਮੂਨਰੇਸ਼ਨ ਇਨਸੈਂਟਿਵ ਮਿਲਦੇ ਰਹਿਣ, ਔਰ ਉਹਨਾਂ ਨੂੰ ਸਾਰਿਆਂ ਦਾ ਮੈਥਡ ਸੇਮ ਹੋਵੇ। ਇਹਦੇ ਨਾਲ ਕੀ ਹੋਏਗਾ? ਮੋਟੀਵੇਟ ਹੋਣਗੇ, ਔਰ ਉਹਨਾਂ ਦਾ ਕੰਪਨੀ ਦਾ ਪ੍ਰੋਡਕਸ਼ਨ ਲੈਵਲ ਵੀ ਇਨਕਰੀਜ਼ ਹੋਏਗਾ। ਡਿਗਰੀ ਆਫ ਸੈਂਟਰਲਾਈਜੇਸ਼ਨ ਦਾ ਮੈਥਡ ਇੱਥੇ ਅਪਲਾਈ ਹੁੰਦਾ ਹੈ। ਸੈਂਟਰਲਾਈਜੇਸ਼ਨ ਦਾ ਮੀਨਿੰਗ ਹੈ ਕੰਸਟਰੇਸ਼ਨ ਆਫ ਡਿਸੀਜ਼ਨ ਮੇਕਿੰਗ ਅਥੋਰਿਟੀ ਐਟ ਦਾ ਟੋਪ ਮੈਨੇਜਮੈਂਟ। ਜੋ ਡਿਸੀਜ਼ਨ ਮੇਕਿੰਗ ਦੀ ਪਾਵਰ ਹੈ ਸਿਰਫ ਟੋਪ ਮੈਨੇਜਮੈਂਟ ਦੇ ਕੋਲ ਹੀ ਹੁੰਦੀ ਹੈ, ਉਹ ਇੱਥੇ ਅਪਲਾਈ ਹੁੰਦਾ ਹੈ। ਔਰ ਡੀਸੈਂਟਰਲਾਈਜੇਸ਼ਨ ਦਾ ਮੀਨਿੰਗ ਹੈ ਸ਼ੇਅਰਿੰਗ ਆਫ ਅਥੋਰਿਟੀ ਵਿਦ ਲੋ ਲੈਵਲ
इस का डिसेंट्रलाइजेशन। जो टॉप लैवल मैनेजमेंट है वो की है लो लैवल मैनेजमेंट मिडल लैवल मैनेजमेंट 'ਚ अपनी एक अथॉरिटी शेयर कर दिंदी है, उन्होंने असीं डिसेंट्रलाइजेशन कहांगे। नैक्सट है स्केलर चेन। स्केलर चेन है, स्केलर चेन रेफर्स टू चेन ऑफ सुपीरियर्स रेंजिंग फ्रॉम टॉप मैनेजमेंट टू लोवेस्ट रैंक। एक स्केलर चेन ਦੇ ਵਿੱਚ ਪੂਰਾ ਦੱਸ ਦਿੱਤਾ ਜਾਂਦਾ ਹੈ ਇਹ ਤੁਹਾਡੀ ਟੌਪ ਲੈਵਲ ਮੈਨੇਜਮੈਂਟ ਹੈ, ਮਿਡਲ ਲੈਵਲ ਮੈਨੇਜਮੈਂਟ ਹੈ, ਲੋਅਰ ਮੈਨੇਜਮੈਂਟ ਹੈ, ਕਿਤੇ ਕਿਤੇ ਕਿਹੜਾ EMPLOYE ਕੰਮ ਕਰਦਾ ਹੈ, ਉਹਨੂੰ ਕੀ ਆਪਾਂ ਕਹਿੰਦੇ ਹਾਂ ਗੈਂਗ ਪਲੈਂਕ। ਇੱਕ ਤਰ੍ਹਾਂ ਦਾ ਮਾਡਲ ਹੁੰਦਾ ਜਿਹਨੂੰ ਆਪਾਂ ਗੈਂਗ ਪਲੈਂਕ ਕਿਹਾ ਜਾਂਦਾ। ਦਾ ਪ੍ਰਿੰਸੀਪਲ ਸੁਜੈਸਟ ਦੈਟ देयर शुड बी अ क्लीयर लाइन ऑफ अथॉरिटी फ्रॉम टॉप टू बॉटम लिंकिंग ऑल मैनेजर्स एट द ऑल लेवल। क्लीयर कट अथॉरिटी होनी चाहिए, पता लगे किस टॉप मैनेजमेंट ने ऑर्डर दिता है या मिडल लैवल मैनेजमेंट ने ऑर्डर दिता है। ऑर्डर हर एक काम में किसी मैनेजमेंट विच एक सीक्वेंस वाइज होना चाहिए, प्रोसीजर वाइज होना चाहिए ताकि उत्थे सेफ्टी बनी रहे और एफिशिएंसी बनी रहे। इक्विटी हर इंप्लॉय नूं एक बराबरी का उत्थे दर्जा देना चाहिए, प्रॉपर जस्टिस होवे। मैनेजर सारा ना फेयर होना चाहिए, अपने अपने इंप्लॉयज़ नाल वधिया डील करता होना चाहिए। नेक्स्ट स्टेबिलिटी ऑफ टेन्योर ऑफ परसोनल। द पीरियड ऑफ सर्विस शुड नॉट बी टू शॉर्ट एंड एम्प्लॉय शुड नॉट बी मूव फ्रॉम पोजीशनस फ्रीकेंटली। जिद्दां हर एक परसन नूं अपनी सर्विस के नाल लगाव हो जाता है, सो हर एक परसन का एक शॉर्ट पीरियड नहीं होना चाहिए काम का, ਜਾਂ जल्दी उन्होंने ट्रांसफर नहीं करना चाहिए एक टाइम तो दूजे टाइम तक। इन्होंने एक टाइम देना चाहिए अपनी ऑर्गेनाइजेशन के विच। इनीशिएटिव अपने इंप्लॉयज़ नूं मोटिवेट करना चाहिए, इनीशिएटिव होण एक डिसीजन मेकिंग दे विच अपनी ऑर्गेनाइजेशन दे विच। इस तरह इंप्लॉय की होणगे पार्ट होणगे किसी ऑर्गेनाइजेशन की स्ट्रेंथ का, क्योंकि वो बैटर आइडियाज़ अपनी अपनी ऑर्गेनाइजेशन दे पाएंगे। स्पिरिट दे कॉप्स लास्ट प्रिंसीपल है मैनेजमेंट का, इंश्योर करता है वर्क जिथे वर्क प्लेस जिथे काम करते उन्होंने इंप्लॉयज़ का मोरल डिक्रीज़ ना हो, इनक्रीज़ ही हो। एक उत्थे इदां दा एटमोसफेयर होए, एक उत्थे इदां दा वातावरण होए जो कि उत्थे म्यूचुअल इंटरस्ट बनया रहे, अंडरस्टैंडिंग सब दी बनी रहे। सो नैक्सट है डिफाइन एडमिनिस्ट्रेशन। एडमिनिस्ट्रेशन का जो काम है ज़्यादातर टॉप लैवल मैनेजमेंट करती है। टॉप लैवल मैनेजमेंट का काम की है डिटर्मीनेशन ऑफ पॉलिसीज़। जो कंपनी दी पॉलिसीज़ वो डिटर्मिन करनियां ने, अपनी कंपनी के ऑब्जेक्टिव सैट करने हैं, ठीक है, और जो परपज़ है वो सैट करना है, ब्रॉड प्रोग्राम सैट करने हैं और प्रोजेक्ट सैट करने हैं। ये हाई लैवल का काम होंदा है। जो बेसिक प्रिंसीपल असी पिछे पढ़े है किसी भी कंपनी के वो इत्थे अप्लाई होंदे ने। सो नैक्सट है एडमिनिस्ट्रेशन मीनस गाइडेंस लीडरशिप एंड कंट्रोल ऑफ द एफर्ट ऑफ द ग्रुप टुवार्ड्स सम कॉमन गोल्स। एडमिनिस्ट्रेशन का मीनिंग यह हो गया, और मैनेजमेंट का मीनिंग की है इज़ एन आर्ट ऑफ गेटिंग थिंग्स डन थ्रू अदर्स। नैक्सट है एडमिनिस्ट्रेशन वर्सेस मैनेजमेंट। एडमिनिस्ट्रेशन च पॉलिसीज़ एंड ऑब्जेक्टिव की है एडमिनिस्ट्रेशन डिटर्मिन करता है कि मैनेजमेंट की करेगा, इंप्लीमेंट करेगा। मेन फंक्शन की है एडमिनिस्ट्रेशन है प्लानिंग, ऑर्गेनाइजिंग, स्टाफिंग, मोटिवेटिंग, कोऑर्डिनेटिंग एंड कंट्रोलिंग। इन्फ्लुएंस की है इन्फ्लुएंस्ड मेनली बाय पब्लिक ओपिनियन एंड अदर आउटसाइड फोर्सेस। जो पब्लिक जो टॉप मैनेजमेंट काम करती है इंटरनल तो कभी कभी एक्सटर्नल काम भी करती है, सो ज़्यादातर पब्लिक ओपिनियन रिलेटेड है। सो जो मैनेजमेंट है कि इंटरनल फंक्शन हैंडल करी, इन्फ्लुएंस्ड मेनली बाय एडमिनिस्ट्रेटिव फंक्शंस। लैवल ऑफ मैनेजमेंट का की है, यदा ज़्यादातर टॉप लैवल का काम है और प्लैनिंग का काम है, और यदा मिडल लैवल का काम मैनेजमेंट का मिडल लैवल का काम होगा। एग्जैक्टिव्स का लैवल की है, इतने ओनर्स होंगे, बोर्ड ऑफ डायरेक्टर्स होंगे, इतने ज़्यादा MD GM एंड मैनेजर्स। पोजीशन की है एक्ट एज प्रिंसिपल, एक्ट एज एजेंसी। नॉलेज की है रिक्वायर्स मोर एडमिन एबिलिटी दैन टेक्निकल एबिलिटी, ठीक है ना, ये टेक्निकल्स की ज़्यादा लोड होगी। नैक्सट है सोशल रिस्पोंसिबिलिटी एंड एथिक्स। सोशल रिस्पोंसिबिलिटी की है, एक कंपनी अपना काम करती पई है, उन्हें अपने नाल अपनी गुडविल बनाई दे नाल सोसाइटी का भी ध्यान रखना, सोसाइटी दे विच भी कॉन्ट्रीब्यूट करना है, अपनी गुडविल लिए भी और सोसाइटी के लिए भी। द एबिलिटी ऑफ कॉरपोरेशन टू रिलेट इट्स ऑपरेशन एंड पॉलिसीज टू द सोशल एनवायरनमेंट। जो एक कॉरपोरेशन है वो अपने ऑपरेशंस ते पॉलिसीज़ की करेगी बाहरले सोशल एनवायरनमेंट दे रूबरू भी करवाएगी। दा मतलब है सो ये ना की होएगा कंपनी का म्यूचुअल बेनीफिट होगा और सोसाइटी का भी। एक कंपनी सोसाइटी वास्ते भी कॉन्ट्रीब्यूट करती है, वह कुछ % वो भी शेयर होंदा है। नैक्सट है एथिक्स इन मैनेजिंग। एथिक्स इज़ डिफाइंड एज डिसिप्लिन डीलिंग विद वट इज़ गुड एंड बैड विद मॉरल ड्यूटी एंड ऑब्लीगेशन। है कि किसी पर्सन का आंदा पर्सनली आंदा पर्सन एथिक हैज़ बीन रेफर्ड एज द रूल्स बाय विच एन इंडिविजुअल लिव्स हिज हर पर्सनल लाइफ। की मीनिंग आ जाएगा एथिक्स का। और बिजनेस एथिक की है इज़ कंसर्न विद ट्रूथ एंड जस्टिस हैज़ ए वेराइटी ऑफ एस्पेक्ट्स
such as expectations of society, fair competition, advertising, public relations, social responsibilities, consumer autonomy and corporate behavior in the home country as well as abroad. बिजनेस ने काम करना है, उन्हें इंटरनल ਨਾਲ ਤੇ ਆਪਣਾ ਡੀਲ ਕਰਨਾ ਐਕਸਟਰਨਲ ਨਾਲ ਵੀ ਕਰਨਾ। ਐਕਸਟਰਨਲ ਨਾਲ ਆਪਣੀ ਡਿਊਟੀ ਰਿਸਪੌਂਸਿਬਿਲਟੀ ਇੱਕ ਬਿਜ਼ਨਸ ਕਿੱਦਾਂ ਆਪਣੀਆਂ ਬਣਾ ਰਿਹਾ ਹੈ, ਫਿਰ ਕੰਪੀਟੀਸ਼ਨ ਹੈ, ਪਬਲਿਕ ਰਿਲੇਸ਼ਨ ਕਿੱਦਾਂ ਦੇ ਬਣਾ ਰਿਹਾ, ਐਡਵਰਟੀਜ਼ਮੈਂਟ ਉਹਦੀ ਕਿੱਦਾਂ ਦੀ ਹੈ, ਕੰਜ਼ਿਊਮਰ ਉਹਦੀ ਕਿੱਦਾਂ ਦੀ ਹੈ। ਸੋ ਇਹ ਸਭ ਕੁਝ ਕਿਹਦੇ ਵਿੱਚ ਆ ਜਾਏਗਾ, ਬਿਜ਼ਨਸ ਐਥਿਕਸ ਵਿੱਚ। ਸੋਸ਼ਲ ਰਿਸਪੌਂਸਿਬਿਲਟੀ ਇੱਕ ਬਿਜ਼ਨਸ ਦਾ ਕਿਸ ਕਿਸ ਦੇ ਨਾਲ ਕੰਮ ਚੱਲਦਾ ਹੈ, ਆਪਣੇ ਇੰਪਲੋਈਜ਼ ਦਾ ਇੰਟਰਨਲ ਤੇ ਚੱਲੇਗਾ, ਕਸਟਮਰ ਦੇ ਨਾਲ ਚੱਲੇਗਾ, ਗਵਰਨਮੈਂਟ ਦੇ ਨਾਲ ਚੱਲੇਗਾ, ਕਮਿਊਨਿਟੀ ਦੇ ਨਾਲ ਚੱਲੇਗਾ, ਸ਼ੇਅਰ ਹੋਲਡਰ ਨਾਲ ਚੱਲੇਗਾ, ਜੋ ਹੋਰ ਬਾਕੀ ਆ ਜਾਣਗੇ ਉਹਨਾਂ ਨਾਲ ਚੱਲੇਗਾ, ਜਿਸ ਤਰ੍ਹਾਂ ਐਡਵਰਟੀਜ਼ਮੈਂਟ ਹੋਗੇ ਨਹੀਂ, ਜੋ ਬਾਕੀ ਅਦਰਸ ਦੀ ਕੈਟੇਗਰੀ ਵਿੱਚ ਆ ਜਾਣਗੇ। ਸੋ ਇੱਕ ਬਿਜ਼ਨਸ ਇਨਵਾਇਰਨਮੈਂਟ ਦੇ ਵਿੱਚ ਇੱਕ ਬਿਜ਼ਨਸ ਪਰਸਨ ਨੂੰ ਇਹਨਾਂ ਸਭ ਦੇ ਨਾਲ ਕੋਆਪਰੇਸ਼ਨ ਬਣਾ ਕੇ ਰੱਖਣਾ ਪਵੇਗਾ, ਉਹਨੂੰ ਕੀ ਕਹਾਂਗੇ, ਸੋਸ਼ਲ ਰਿਸਪੌਂਸਿਬਿਲਟੀ। ਨੈਕਸਟ ਹੈ ਗਲੋਬਲਾਈਜੇਸ਼ਨ। ਸੋ ਗਲੋਬਲਾਈਜੇਸ਼ਨ ਕੀ ਹੈ, ਜੋ ਬਿਜ਼ਨਸ ਹੈ ਇੱਕ ਪੂਰੇ ਵਰਲਡ ਦੇ ਵਿੱਚ ਫੈਲ ਰਿਹਾ ਹੈ। ਅੱਜ ਕੱਲ੍ਹ ਇੱਕ ਥਾਂ 'ਤੇ ਬੈਠਾ ਇਨਸਾਨ, ਇੰਡੀਆ ਦੇ ਵਿੱਚ ਬੈਠਾ ਇਨਸਾਨ ਪੂਰੇ ਵਰਲਡ ਦੇ ਵਿੱਚ ਬਿਜ਼ਨਸ ਚਲਾ ਸਕਦਾ ਹੈ, ਕਾਫੀ ਕੰਪਨੀਜ਼ ਖੋਲ੍ਹ ਸਕਦਾ ਹੈ। ਇਹਨੂੰ ਕੀ ਕਹਾਂਗੇ ਆਪਾਂ, ਗਲੋਬਲਾਈਜੇਸ਼ਨ। Globalization means covering or affecting the whole world. It means integration of the domestic economy of a country with the international economy. अपने domestic economy ਨੂੰ international economy ਨਾਲ ਮਿਲਾਣਾ। ਸੋ ਇਹਦਾ ਕੀ ਮੀਨਿੰਗ ਹੈ, internationalization of trade। Next ਆ ਜਾਏਗਾ, integration takes place when trade exists freely among the different countries, thus the world economy becomes a single market or single economy. In globalization there is no restriction of quota, license, tariff and other administration barrier for trade. So globalization basically ਕੀ ਹੈ, international trade ਹੈ। benefit ਕੀ ਹੈ, improves efficiency increase ਹੋਏਗੀ, means minimum wastage ਹੋਏਗੀ, improve factor income, ਜੋ factor of income ਹੈ ਸਾਡੇ ਉਹ increase ਹੋਣਗੇ, ਪੈਸਾ ਇਨਕਰੀਜ਼ ਹੋਏਗਾ, ਗੇਨਸ ਫਰੋਮ ਮਾਈਗਰੈਂਟ, ਜੋ ਇੱਕ ਥਾਂ ਤੋਂ ਦੂਜੀ ਥਾਂ ਤੱਕ ਆ ਕੇ ਬਿਜ਼ਨਸ ਕਰਦੇ ਆ ਉਹਨਾਂ ਤੋਂ ਕੁਝ ਨਾ ਕੁਝ ਗੇਨ ਹੋਏਗਾ। ਡਰੋਬੈਕ ਕੀ ਹੋਏਗਾ, ਗਲੋਬਲਾਈਜੇਸ਼ਨ ਮੀਨ ਇੱਕ ਥਾਂ 'ਤੇ ਕੰਮ ਕਰ ਰਹੇ ਹਾਂ, ਜਿਸ ਤਰ੍ਹਾਂ ਸਾਡੀ ਕੰਟਰੀ 'ਚ, ਜਿਸ ਤਰ੍ਹਾਂ ਮੈਂ ਹੀ ਬਿਜ਼ਨਸ ਕਰ ਰਹੀ ਹਾਂ, ਮੈਂ ਕਿਤੇ ਹੋਰ ਜਾ ਕੇ ਕਿਤੇ ਆਪਣਾ ਕੰਮ ਖੋਲ੍ਹ ਲਿਆ, ਠੀਕ ਹੈ, MNC ਆ ਗਈ ਹੈ, ਮਲਟੀਨੈਸ਼ਨਲ ਕੰਪਨੀਜ਼ ਆ ਗਈ, ਕਿਸੇ ਨੇ ਸਾਡੇ ਆ ਕੇ ਇੱਥੇ ਕੰਮ ਖੋਲ੍ਹ ਲਿਆ, ਉਹਦੇ ਨਾਲ ਕੀ ਹੁੰਦਾ, ਡੋਮੈਸਟਿਕ ਜੋ ਹੈ, ਡੋਮੈਸਟਿਕ ਜਿਹੜੇ ਸਾਰਾ ਹੈ ਉਹਦੇ ਵਿੱਚ ਬਹੁਤ ਲੋਸ ਹੋ ਜਾਂਦਾ, ਡੋਮੈਸਟਿਕ ਕੰਪਨੀਜ਼ ਨੂੰ ਲੋਸ ਹੋ ਜਾਂਦਾ, ਉਹਦੇ ਵਿੱਚ ਕੀ ਹੁੰਦਾ, ਅਨਐਮਪਲੋਇਮੈਂਟ ਵੱਧਦੀ ਹੈ, ਔਰ ਨਾਲ ਕੀ ਨਾਲ ਹੁੰਦਾ, ਡੋਮੈਸਟਿਕ ਇੰਡਸਟਰੀਜ਼ ਹੈ ਡਿਫਿਕਲਟ ਕਰਦੀਆਂ ਸਰਵਾਈਵ ਹੋਣ 'ਚ, ਬਿਕੋਜ਼ MNC ਆਏ ਨਹੀਂ, ਲੋਕ MNC ਨੂੰ ਪ੍ਰੈਫਰ ਕਰਦੇ ਆ।